ਚਾਵਰ ਤਖਤ ਛਤਰ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ, ਸਤਿਗੁਰ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਜੋ ਪਾਵਨ ਪਵਿੱਤਰ ਹੁਕਮ ਆਪ ਜੀ ਨੇ ਸ਼ਰਵਣ ਕੀਤਾ ਹੈ, ਬੈਰਾੜੀ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਚੌਥੇ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਹੈ। ਬੈਰਾੜੀ ਰਾਗ ਵਿੱਚ 719 ਅਤੇ 20 ਅੰਗ ਤੇ ਸੁਭਾਇਮਾਨੀ ਸ਼ਬਦ ਹੈ। ਹਿੰਦੁਸਤਾਨ ਦੀ ਸੰਗੀਤ ਵਿੱਚ ਇਸ ਰਾਗ ਨੂੰ ਬੈਰਾਟੀ ਰਾਗ ਕਿਹਾ ਗਿਆ ਹੈ। ਸਤਿਗੁਰਾਂ ਜੀ ਨੇ ਬੈਰਾੜੀ ਰਾਗ ਵਿੱਚ ਇਹ ਸ਼ਬਦ ਲਿਖਿਆ, ਇੱਥੇ ਬੈਰਾੜੀ ਰਾਗ ਲਿਖਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਮਹਾਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸਭ ਮਾਈ ਪਾਈ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰ ਜੀ ਦੇ ਪਾਵਨ ਬਚਨ ਦੀ ਵਿਚਾਰ ਦੇ ਨਾਲ ਜੁੜਨਾ ਕਰੋ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਉਹ ਹਰੀ ਦਾ ਜਨ, ਰੱਬ ਦਾ ਪਿਆਰਾ, ਉਹ ਮਾਲਕ ਦੇ ਗੁਣਾਂ ਨੂੰ ਗਾਉਂਦਾ ਹੈ। ਰਾਮ ਨਾਮ ਗੁਣ ਗਾਵੇ। ਰਮੇ ਹੋਏ ਰਾਮ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਤੇ ਪਿਆਰਿਓ, ਸੰਸਾਰ ਦੇ ਵਿੱਚ ਉਸ ਮਾਲਕ ਦੇ ਗੁਣ ਗਾਉਣ ਵਾਸਤੇ ਹੀ ਆਏ। ਉਹ ਪਰਮਾਤਮਾ ਦੀ ਬੰਦਗੀ, ਉਹਦੀ ਭਗਤੀ, ਉਹਦੀ ਆਰਾਧਨਾ ਕਰਨ ਦੇ ਲਈ ਸੰਸਾਰ ਵਿੱਚ ਆਏ ਹੈ। ਤੇ ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਨਾਮ ਜਪਿਆ, ਉਹਨਾਂ ਦੀ ਵਡਿਆਈ, ਉਹਨਾਂ ਦੀ ਜੈ ਜੈਕਾਰ ਸੰਸਾਰ ਵਿੱਚ ਹੋਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ 4 ਗੱਲਾਂ ਦਾ ਜ਼ਿਕਰ ਕੀਤਾ ਹੈ। ਜੇ ਆਪਾਂ ਸਤਿਗੁਰੂ ਜੀ ਦੀ ਬਾਣੀ ਦਾ ਤੱਤ ਭਾਵ ਦੇਖੀਏ ਨਾ, ਵੀ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹੜੀ ਗੱਲ ਕੀਤੀ ਹੈ, ਕੀ ਸਾਨੂੰ ਸਮਝਾਉਣਾ ਚਾਹੁੰਦੇ ਆ ਬਾਣੀ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਸਤਿਗੁਰੂ ਜੀ ਨੇ ਪਹਿਲੀ ਗੱਲ ਕੀਤੀ ਹੈ ਨਾਮ ਦੀ। ਜਿੰਨੇ ਵੀ ਬਾਣੀ ਪੜ੍ਹ ਲਈਏ, ਗੱਲ ਨਾਮ ਦੀ ਕੀਤੀ ਹੈ। ਦੂਸਰੀ ਗੱਲ ਕੀਤੀ ਹੈ ਨਾਮੇ ਦੀ, ਨਾਮ ਜਪ ਕੇ ਨਾਮੇ ਨੂੰ ਕਿੱਦਾਂ ਪ੍ਰਾਪਤ ਕਰਨਾ ਹੈ। ਨਾਮ ਜਪਣ ਦੀ ਪ੍ਰੇਰਨਾ ਕੀਤੀ ਗਈ ਹੈ। ਤੀਸਰੀ ਗੱਲ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਉਹਨਾਂ ਦੀ ਵਡਿਆਈ ਹੈ, ਉਹਨਾਂ ਦੀ ਉਸਤਤ ਹੈ ਕਿ ਰਾਮ ਜਪੋ ਜੀ ਐਸੇ ਐਸੇ, ਧਰੂੰ ਪ੍ਰਹਿਲਾਦ ਜਪਿਓ ਹਰ ਜੈਸੇ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਆਪਣੇ ਮੁਖਾਰ ਬਿੰਦ ਤੋਂ ਉਸਤਤ ਵਡਿਆਈ ਕੀਤੀ ਹੈ। ਤੇ ਕਿਹਨਾਂ ਦੀ ਕੀਤੀ ਹੈ? ਵੱਡੇ ਵੱਡੇ ਰਾਜੇ ਮਹਾਰਾਜੇ ਸਤਿਗੁਰ ਜੀ ਦੇ ਸੇਵਕ ਸਨ, ਸ਼ਰਧਾਲੂ ਸਨ, ਸਤਿਗੁਰ ਦੇ ਦਰ ਤੇ ਆਉਂਦੇ ਸਨ। ਸਤਿਗੁਰਾਂ ਦੇ ਦਰ ਤੇ ਅਕਬਰ ਰਾਜੇ ਵਰਗਿਆਂ ਨੇ ਵੀ ਪਹੁੰਚ ਕੇ ਪੰਗਤ ਵਿੱਚ ਲੰਗਰ ਛਕਿਆ। ਗੁਰੂ ਅਮਰਦਾਸ ਜੀ ਮਹਾਰਾਜ ਵੇਲੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਸਤਿਗੁਰ ਦੇ ਦਰ ਤੇ ਆਉਂਦੇ ਸਨ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕਿਸੇ ਦੀ ਵਡਿਆਈ ਨਹੀਂ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੇ ਵਡਿਆਈ ਕੀਤੀ ਹੈ ਨਾ, ਤੇ ਰੱਬ ਦੇ ਪਿਆਰਿਆਂ ਦੀ ਵਡਿਆਈ ਕੀਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜ਼ਿਕਰ ਕੀਤਾ ਹੈ ਕਿ ਭਾਈ ਜੇ ਨਾਮ ਜਪਣਾ ਹੈ ਨਾ, ਬੰਦਗੀ ਕਰਨੀ ਹੈ ਤੇ ਇਦਾਂ ਕਰ। ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਅਰਗਟ ਹੋਆ ਸਾਧ ਸੰਗ ਹਰ ਕੀਰਤਨ ਗਾਇਆ। ਇਹ ਬਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪ੍ਰਤਾਖ ਗੁਸਾਈਆਂ ਧੰਨਾ ਵਡ ਭਾਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਜ਼ਿਕਰ ਕੀਤਾ ਹੈ ਕਿ ਆੜ ਦਾਮ ਕੋਸ਼ੀ ਪਰੋ ਹੋਇਓ ਲਾਖੀਨਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਆੜ ਦਾਮ ਕੋਸ਼ੀ ਪਰੋ ਹੋਇਓ ਲਾਖੀਨਾ, ਬੋਨਾ ਤਾਨਾ ਤੇ ਆਖੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾਂ ਜੋ ਲਾਹਰਾ ਪਿਓ ਗੁਣੀ ਗਹੀਰਾ। ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਭਗਤਾਂ ਦੀ ਵਡਿਆਈ ਕੀਤੀ ਹੈ। ਕਿਹਨਾਂ ਦੀ? ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਬੰਦਗੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਚਾਰ ਗੱਲਾਂ ਦਾ ਜ਼ਿਕਰ ਕੀਤਾ ਹੈ। ਇੱਕ ਨਾਮ ਦੀ ਗੱਲ ਕੀਤੀ ਹੈ, ਦੂਸਰੀ ਨਾਮੀ ਦੀ, ਨਾਮ ਜਪ ਕੇ ਨਾਮੀ ਨੂੰ ਕਿੱਦਾਂ ਪ੍ਰਾਪਤ ਕਰਨਾ ਹੈ, ਨਾਮ ਜਪ ਕੇ ਨਾਮੀ ਦੇ ਵਿੱਚ ਭਾਈ ਇਕਮਿਕ ਹੋਣਾ ਹੈ। ਤੀਸਰੀ ਗੱਲ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਵਡਿਆਈ ਕੀਤੀ ਹੈ। ਤੇ ਚੌਥੀ ਗੱਲ ਹੈ, ਜਿਨ੍ਹਾਂ ਨੇ ਨਾਮ ਨਹੀਂ ਨਾ ਜਪਿਆ ਉਹਨਾਂ ਨੂੰ ਫਿੱਟੇ ਲਾਹਣਤਾਂ ਪਾਈਆਂ। ਗੁਰੂ ਰਾਮਦਾਸ ਜੀ ਮਹਾਰਾਜ ਦਾ ਬਚਨ ਹੀ ਪੜ੍ਹ ਲਈਏ। ਸਤਿਗੁਰੂ ਜੀ ਕਹਿੰਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਵਾਂਝਾ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਕਹਿੰਦੇ ਉਹਨਾਂ ਦੀ ਮਾਂ ਬਾਂਝ ਹੋ ਜਾਵੇ ਵੀ ਦੁਬਾਰੇ ਨਾ ਐਸੇ ਇਨਸਾਨ ਨੂੰ ਜਨਮ ਹੀ ਨਾ ਦੇਵੇ ਜਿਹੜਾ ਆਪ ਨਹੀਂ ਜਪਦਾ ਤੇ ਹੋਰਨਾਂ ਨੂੰ ਜਪਣ ਨਹੀਂ ਦਿੰਦਾ। ਤੇ ਆਪਾਂ ਆਸ਼ਾ ਜੀ ਦੀ ਵਾਰ ਪੜ੍ਹਦੇ ਆਂ ਤੇ ਆਸ਼ਾ ਜੀ ਦੀ ਵਾਰ ਦੇ ਅੱਗੇ ਜੋ ਸੰਤ ਪੜ੍ਹਦੇ ਆ ਨਾ ਗੁਰੂ ਰਾਮਦਾਸ ਜੀ ਮਹਾਰਾਜ ਦੇ, ਉਹਨਾਂ ਵਿੱਚ ਵੀ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਾਗੇ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਬੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਸਤਿਗੁਰੂ ਜੀ ਕਹਿੰਦੇ, ਭਾਈ ਜੇ ਤੇ ਤਸਕਰ ਜੋ ਨਾਮ ਨਾ ਲੇਵ ਹੈ, ਬਸ ਹੈ ਕੋਟ 85। ਕਹਿੰਦੇ ਉੱਥੇ ਤਸਕਰ ਨੇ, ਚੋਰ ਹੈ ਜਿਹੜੇ ਨਾਮ ਨਹੀਂ ਜਪਦੇ। ਤੇ ਸਤਿਗੁਰੂ ਜੀ ਬੜੇ ਬਚਨ ਆਪਾਂ ਨੂੰ ਬਾਣੀ ਨਾਮ ਜਪਣ ਦੇ ਪਰਥਾਏ ਆਉਂਦੇ ਹੈ ਕਿ ਨਾਮ ਬਿਨਾਂ ਜੋ ਪਹਿਰੈ ਖਾਏ, ਜੋ ਕੁੱਕਰ ਜੂਠਨ ਮੈਂ ਪਾਏ। ਕਹਿੰਦੇ ਨਾਮ ਤੋਂ ਬਿਨਾਂ ਜੋ ਕੁਝ ਪਹਿਨਦਾ ਤੇ ਖਾਣਾ, ਕਹਿੰਦੀ ਏਦਾਂ ਜਿਵੇਂ ਕੁੱਤਾ ਖਾਂਦਾ ਹੁੰਦਾ ਝੂਠ। ਤੇ ਭਾਈ ਨਾਮ ਜਪਣ ਦੇ ਲਈ ਸੰਸਾਰ ਤੇ ਆਏ ਆ। ਜੋ ਵੀ ਸ਼ਬਦ ਪੜ੍ਹੀਏ ਨਾਮ ਜਪਣ ਦੀ ਸਾਨੂੰ ਪ੍ਰੇਰਨਾ ਕਰਦਾ ਹੈ। ਗੁਰਬਾਣੀ ਵੀ ਪੜ੍ਹਦੇ ਆ ਨਾ, ਗੁਰਬਾਣੀ ਪ੍ਰਥਾਏ ਵੀ ਬਚਨ ਆਉਂਦੇ ਆ। ਕਹਿੰਦੇ ਆਇਓ ਸੁਣ ਪੜ੍ਹਨ ਕੋ ਬਾਣੀ। ਬਾਣੀ ਪੜ੍ਹਨ ਸੁਣਨ ਦੇ ਲਈ ਆਏ ਆ। ਜਿੱਥੇ ਬਾਣੀ ਪੜ੍ਹਨੀ ਸੁਣਨੀ ਹੈ ਤੇ ਬਾਣੀ ਨੂੰ ਜਪਣ ਦੇ ਲਈ ਵੀ ਆਖਿਆ। ਕਹਿੰਦੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਤੇਰੀ ਐਸੀ ਅਵਸਥਾ ਬਣ ਜਾਵੇ ਵੀ
ਤੂੰ ਇਹਨੂੰ ਬਾਣੀ ਨੂੰ ਪੜ੍ਹਨ ਸੁਣ ਤੱਕ ਨਹੀਂ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਇਹਨੂੰ ਬਾਣੀ ਨੂੰ ਜਪੇ। ਤੇ ਸਤਿਗੁਰੂ ਜੀ ਨੇ ਦੇਖੋ ਜਪ ਜੀ ਸਾਹਿਬ ਵੀ ਉਹ ਮਾਲਕ ਨੂੰ ਜਪ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਾਪ ਉਚਾਰਨ ਕੀਤਾ। ਜਾਪ ਸਾਹਿਬ ਕੀ ਹੈ? ਸਮਾਂ ਮਿਲਿਆ ਆਪਾਂ ਜ਼ਰੂਰ ਜਾਪ ਸਾਹਿਬ ਦੀ ਵਿਚਾਰ ਕਰਾਂਗੇ। ਜਾਪ ਸਾਹਿਬ ਦੇ ਵਿੱਚ ਉਹ ਮਾਲਕ ਦੇ ਗੁਣ ਹੀ ਗਾਏ, ਉਹਦੇ ਨਾਮ ਹੀ ਹੈ। ਉਹ ਅਨਾਮੇ ਹੈ, ਉਹ ਰੂਪ ਹੈ, ਅਨੂਪ ਹੈ, ਅਪੇਖ ਹੈ, ਅਲੇਖ ਹੈ, ਅਭਰਮ ਹੈ, ਕਰਮ ਹੈ। ਇਕੱਲੇ ਨਾਮ ਹੀ ਉਹ ਮਾਲਕ ਦੇ। ਤੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਸਮਝਾਇਆ, ਭਾਈ ਕੇਵਲ ਮਨੁੱਖ ਹੀ ਨਹੀਂ ਗਾਉਂਦਾ, ਉਹਨੂੰ ਤੇ ਸਾਰੀ ਦੁਨੀਆ ਹੀ ਗਾਉਂਦੀ ਹੈ, ਉਹਦੇ ਨਾਮ ਨੂੰ ਜਪਦੀ ਹੈ। ਸੋਧਰ ਪੜ੍ਹਦੇ ਆ ਨਾ ਆਪਾਂ, ਰਹਿ ਰਾਸ ਸਾਹਿਬ ਪੜ੍ਹਦੇ ਆ, ਉਦੋਂ ਵੀ ਸੋਧਰ ਆਉਂਦਾ। 3 ਵਾਰ ਸੋਧਰ ਆਇਆ। ਆਸਾ ਰਾਗ ਦੇ ਵਿੱਚ ਵੀ ਸੋਧਰ ਹੈ, ਜਪਜੀ ਸਾਹਿਬ ਵਿੱਚ ਵੀ ਸੋਧਰ ਹੈ। ਸੋਧਰ ਕੇਹਾ ਸੋ ਕਰ ਕੇਹਾ, ਜਿਤ ਵੈ ਸਰਬ ਸੰਭਾਲੇ, ਬਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਨ ਹਾਰੇ ਦੇ ਵਿੱਚ ਜ਼ਿਕਰ ਕੀਤਾ ਵੀ ਕਿਹੜੇ ਕਿਹੜੇ ਗਾਉਂਦੇ ਹੈ। ਗਾਵਣ ਤੁਧਨੋਂ ਪਾਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਕਹਿੰਦੇ ਧਰਮ ਰਾਜ ਵੀ ਗਾਉਂਦਾ, ਪੌਣ ਵੀ ਗਾਉਂਦਾ, ਪਾਣੀ ਵੀ ਗਾਉਂਦਾ। ਸਤਿਗੁਰੂ ਜੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਗੱਲ ਹੀ ਮੁਕਾ ਦਿੱਤੀ। ਕਹਿੰਦੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਬੋਲਤ ਹੈ ਨਹੀਂ ਹੋਰ। ਕਹਿੰਦੇ ਜਿਹੜੇ ਮਿਰਗ ਮੀਨ ਪੰਖੇਰੂ, ਜੋ ਕੁਝ ਆਪਾਂ ਨੂੰ ਆਪਾਂ ਦੇਖ ਰਹੇ ਹਾਂ ਇਹ ਵੀ ਬੋਲਦੇ ਆ ਨਾ, ਕਹਿੰਦੇ ਮਾਲਕ ਦਾ ਨਾਮ ਹੀ ਜਪਦੇ ਆ, ਉਹਦੀ ਬੰਦਗੀ ਕਰਦੇ ਆ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੱਲ ਹੀ ਮੁਕਾ ਦਿੱਤੀ। ਕਹਿੰਦੇ ਹੋਰ ਕੀਤੇ ਤੁਧਨੋਂ ਗਾਵਣ, ਸੇ ਮੈਂ ਚੇਤਨ ਆਵਣ। ਕਹਿੰਦੇ ਆ ਜਿਹੜੇ ਸੋਧਰ ਵਿੱਚ ਮੈਂ ਜ਼ਿਕਰ ਕੀਤਾ ਹੈ ਨਾ, ਇਹ ਤੇ ਜਿੰਨੇ ਕਿ ਚਲੋ ਮੈਨੂੰ ਯਾਦ ਸੀ ਮੈਂ ਜ਼ਿਕਰ ਕਰ ਦਿੱਤਾ, ਪਰ ਹੋਰ ਬੜੇ ਹੈ ਜਿਹੜੇ ਤੈਨੂੰ ਗਾ ਰਹੇ ਹੈ ਮਾਲਕਾ, ਪਰ ਮੇਰੇ ਚਿੱਤ ਵਿੱਚ ਨਹੀਂ, ਮੇਰੇ ਚੇਤੇ ਵਿੱਚ ਨਹੀਂ ਆ ਰਹੇ ਵੀ ਤੈਨੂੰ ਬੇਅੰਤ ਗਾ ਰਹੇ ਹੈ। ਗੁਣ ਗਾਵ ਹੈ ਬੇਅੰਤ, ਅੰਤ ਇੱਕ ਤਿਲ ਨਾ ਪਾਸੀ। ਕਹਿੰਦੇ ਬੜੇ ਤੇਰੇ ਗੁਣ ਗਾਉਂਦੇ ਆ, ਬੇਅੰਤ ਗਾ ਰਹੇ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਬਣ ਤ੍ਰਿਣ ਕਹਿਤ, ਕਹਿੰਦੇ ਤੈਨੂੰ ਤੇ ਬਣ ਜੰਗਲ ਵੀ ਗਾ ਰਹੇ ਐ, ਘਾਹ ਵੀ ਗਾ ਰਹੇ ਐ, ਉਹ ਮਾਲਕ ਦੇ ਨਾਮ ਨੂੰ ਤੇ ਉਹ ਵੀ ਜਪ ਰਹੇ ਐ। ਤੇ ਆਏ ਇੱਥੇ ਪ੍ਰਮਾਤਮਾ ਦਾ ਨਾਮ ਜਪਣ ਦੇ ਲਈ ਹੈ। ਹੁਣ ਜੇ ਦੇਖੋ ਰੱਬ ਦੇ ਪਿਆਰੇ ਉਹ ਸਾਨੂੰ ਕਹਿਣਗੇ ਬਾਣੀ ਪੜੋ ਭਾਈ, ਬਾਣੀ ਨੂੰ ਜਪੋ, ਮਾਲਕ ਦੇ ਗੁਣਾਂ ਨੂੰ ਗਾਓ। ਕਈ ਕਹਿ ਦੇਣਗੇ ਜੀ ਗੁਣਾਂ ਨੂੰ ਗਾਇਓ ਨਾ ਜੀ, ਇਹ ਰਿਪੀਟ ਤੇ ਕਰਨੀ ਨਹੀਂ ਚਾਹੀਦੀ ਜੀ। ਤੇ ਪਿਆਰਿਓ ਜੋ ਕੁਝ ਵੀ ਹੈ ਨਾ, ਸਾਡਾ ਸਾਰਾ ਸਰੀਰ ਹੀ ਰਿਪੀਟ ਤੇ ਚੱਲ ਰਿਹਾ। ਸਾਹ ਬਾਰ-ਬਾਰ ਆ ਰਹੇ ਨੇ ਤਾਂ ਸਰੀਰ ਚੱਲ ਰਿਹਾ, ਭੋਜਨ ਰੋਜ਼ ਛਕਦੇ ਆ ਤਾਂ ਸਰੀਰ ਚੱਲਦਾ ਹੈ। ਜੋ ਕੁਝ ਵੀ ਆਪਾਂ ਰਿਪੀਟ ਹੀ ਕਰ ਰਹੇ ਹਾਂ ਤੇ ਪ੍ਰਮਾਤਮਾ ਦਾ ਨਾਮ ਵੀ ਜਪਣਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਆਖਾਂ ਜੀਵਾ, ਜੇ ਮੈਂ ਮਾਲਕ ਦੇ ਗੁਣਾਂ ਨੂੰ ਆਖਦਾ ਜਪਦਾ ਤਾਂ ਮੈਂ ਜਿਉਂ ਰਿਹਾ। ਬਿਸਰੈ ਮਰ ਜਾਓ, ਕਹਿੰਦੇ ਜੇ ਮੈਨੂੰ ਮਾਲਕ ਬਿਸਰ ਜੇ ਤੇ ਮੈਂ ਮਰਿਆ ਸਮਾਨ। ਕਹਿੰਦੇ ਜਿਹੜੇ ਉਹਦੇ ਨਾਮ ਜਪਦੇ ਆ ਉਹੀ ਕਹਿੰਦੇ ਜਿਉਂਦੇ ਆ ਤੇ ਬਾਕੀ ਮਰੇ ਹੋਏ ਆ। ਆਪਾਂ ਨੂੰ ਮਨੁੱਖ ਵੀ ਕਹਿੰਦੇ ਆ, ਪ੍ਰਾਣੀ ਵੀ ਕਹਿੰਦੇ ਆ ਤੇ ਬੰਦਾ ਵੀ ਕਹਿੰਦੇ। ਬੰਦਾ ਕਿਉਂ ਕਹਿੰਦੇ ਆ? ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਬੰਦਾ ਸੋ ਜੋ ਬੰਦਗੀ ਗਹਿ। ਬੰਦਾ ਉਹ ਹੈ ਜਿਹੜਾ ਬੰਦਗੀ ਕਰੇ। ਬੰਦਗੀ ਸ਼ਬਦ ਤੋਂ ਬੰਦਾ ਸ਼ਬਦ ਬਣਿਆ। ਤੇ ਉਹ ਮਾਲਕ ਦੇ ਗੁਣ ਗਾਉਣ ਦੇ ਲਈ ਸੰਸਾਰ ਤੇ ਆਏ ਆ ਭਾਈ। ਹੁਣ ਦੇਖੋ ਜਿਹੜੇ ਬੰਦਗੀ ਕਰਨ ਵਾਲੇ ਉਹ ਸਾਨੂੰ ਕਹਿਣਗੇ ਬੰਦਗੀ ਕਰੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨਾਮ ਜਪੋ। ਸਤਿਗੁਰੂ ਜੀ ਸਾਨੂੰ ਕਹਿ ਰਿਹਾ ਨਾਮ ਜਪੋ। ਜਿੰਨੇ ਵੀ ਭਗਤ ਨੇ ਰੱਬ ਦੇ ਪਿਆਰੇ ਹੈ ਉਹ ਤੇ ਇਹ ਕਹਿੰਦੀ ਹੈ, ਭਗਤ ਕਬੀਰ ਜੀ ਦੇ ਕਹਿੰਦੇ ਆ, ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਵਿਸਰੈ ਰਾਮ ਸਨੇਹੀ। ਕਹਿੰਦੇ ਜਦੋਂ ਮਾਂ ਮੈਂ ਨਲਕੀ ਵਿੱਚ ਤਾਗਾ ਪਾਉਣਾ ਨਾ ਤੇ ਤਾਗਾ ਪਾਉਣ ਵੇਲੇ ਉਹਨੂੰ ਮੂੰਹ ਵਿੱਚ ਲੈ ਕੇ ਤੇ ਉਹਨੂੰ ਥੋੜਾ ਜਿਹਾ ਵੱਟਣਾ ਪੈਂਦਾ, ਸੂਈ ਵਿੱਚ ਪਾਉਣਾ ਹੋਵੇ ਜਾਂ
ਪਹਿਲਾਂ ਕੱਪੜਾ ਬੁਣਦੇ ਸਨ ਉਦੋਂ ਉਹਨੂੰ ਮੂੰਹ ਵਿੱਚ ਪਾ ਕੇ ਥੋੜ੍ਹਾ ਜਿਹਾ ਵੱਟ ਚਾੜਨਾ ਪੈਂਦਾ। ਕਹਿੰਦੇ ਉਦੋਂ ਮੇਰਾ ਮੂੰਹ ਬੰਦ ਹੋ ਜਾਂਦਾ, ਮੈਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ। ਗੁਰਬਾਣੀ ਦੇ ਅਨੇਕਾਂ ਸ਼ਬਦ ਪੜ੍ਹਦੇ ਆ, ਸੋ ਕਿਉਂ ਵਿਸਰੈ ਮੇਰੀ ਮਾਏ, ਉਹ ਵਿਸਰੇ ਨਾ ਤੈਨੂੰ ਭੁੱਲੇ ਨਾ ਉਹਦੇ ਗੁਣਾਂ ਨੂੰ ਗਾ। ਹਰ ਕਾ ਭਗਤ, ਕਹਿੰਦੀ ਜਿਹੜਾ ਹਰੀ ਦਾ ਭਗਤ ਹੈ ਨਾ ਉਹ 8 ਪੈਰ ਮਾਲਕ ਨੂੰ ਜਪਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਸਪੈ, ਪਰ ਉਹ ਪ੍ਰਗਟ ਹੋ ਜਾਂਦਾ, ਕਦੇ ਸ਼ਬਦਾ ਨਹੀਂ ਸਿਪਦਾ ਨਹੀਂ ਕਿਸੇ ਤੋਂ, ਉਹ ਮਾਲਕ ਦੇ ਗੁਣਾਂ ਨੂੰ ਗਾਉਂਦਾ ਹੈ, ਵਡਿਆਈ ਕਰਦਾ ਹੈ। ਹੁਣ ਜੇ ਬੰਦਗੀ ਕਰਨ ਵਾਲਾ ਸਾਨੂੰ ਕਵੇ ਵੀ ਬੰਦਗੀ ਨਾ ਕਰੋ ਤੇ ਮੰਨ ਲਈਏ ਵੀ ਜਿਹਨੇ ਬੰਦਗੀ ਕੀਤੀ ਹੈ। ਤੇ ਹੁਣ ਆਮ ਬੰਦਾ ਕੋਈ ਕਵੇ, ਮੇਰੇ ਵਰਗਾ ਪ੍ਰਚਾਰਕ ਕਵੇ ਨਾਮ ਨਾ ਜਪੋ ਜੀ, ਰਿਪੀਟ ਨਹੀਂ ਕਰਨਾ ਚਾਹੀਦਾ, ਉਹਦੀ ਗੱਲ ਨੂੰ ਕਿੱਦਾਂ ਮੰਨਾਂਗੇ। ਹੁਣ ਇੱਕ ਡਾਕਟਰ ਸਾਨੂੰ ਕੋਈ ਦਵਾਈ ਬਾਰੇ ਕਹਿੰਦਾ, ਉਹਦੀ ਗੱਲ ਮੰਨਾਂਗੇ ਵੀ ਯਾਰ ਡਾਕਟਰ ਹੈ, ਇਹਨੂੰ ਗਿਆਨ ਹੈ, ਉਹ ਸਾਨੂੰ ਕੋਈ ਰਹਿ ਦੇ ਵੀ ਆਪਾਂ ਮੰਨਾਂਗੇ। ਹੁਣ ਜ਼ਿਮੀਂਦਾਰ ਵੀਰ ਕੋਈ ਖੇਤੀਬਾੜੀ ਬਾਰੇ ਕਵੇ ਵੀ ਯਾਰ ਇਹ ਫਸਲ ਇੱਦਾਂ ਹੁੰਦੀ ਹੈ, ਇੱਦਾਂ ਹੁੰਦੀ ਹੈ, ਜਾਂ ਜਿਹਨੂੰ ਨੌਲੇਜ ਹੈ। ਤੇ ਜੇ ਹੁਣ ਆਮ ਹੀ ਜਿਹੜਾ ਜਾਣਦਾ ਹੀ ਨਹੀਂ ਤੇ ਉਹ ਕਵੇ, ਇੱਦਾਂ ਮੰਨਾਂਗੇ। ਹੁਣ ਕਿਸੇ ਮਸ਼ੀਨਰੀ ਬਾਰੇ ਡਰਾਈਵਰ ਵੀਰ ਕਵੇ ਵੀ ਇੱਦਾਂ ਚਲਾਉਣੀ ਹੈ, ਜਾਂ ਮਿਸਤਰੀ ਵੀਰ ਕਵੇ ਵੀ ਭਾਈ ਆਹ ਗੱਡੀ ਚੰਗੀ ਆ ਮਾੜੀ ਹੈ, ਇਹਦੇ ਵਿੱਚ ਆਹ ਨੁਕਸ, ਉਹਦੀ ਗੱਲ ਮੰਨ ਲਾਂਗੇ। ਤੇ ਇੱਕ ਬੰਦਾ ਹੀ ਆਮ ਹੀ ਕਹੀ ਜਾਵੇ ਨਹੀਂ ਜੀ ਆਹ ਤਾਂ ਚੰਗੀ ਨਹੀਂ ਗੱਡੀ, ਜਿਹੜੇ ਬੰਦੇ ਨੇ ਕਦੇ ਸੀਟ ਤੇ ਫੈ ਕੇ ਗੇਅਰ ਹੀ ਨਹੀਂ ਪਾਇਆ, ਜਿਹਨੂੰ ਨੌਲੇਜ ਹੀ ਨਹੀਂ ਕੋਈ, ਤੇ ਉਹ ਸਾਨੂੰ ਕਵੇ, ਉਹਦੀ ਗੱਲ ਕਿੱਦਾਂ ਮੰਨਾਂਗੇ। ਹੁਣ ਰੱਬ ਦੇ ਪਿਆਰੇ ਸਾਨੂੰ ਕਹਿ ਰਹੇ ਆ ਭਾਈ ਨਾਮ ਜਪੋ, ਬੰਦਗੀ ਕਰੋ। ਹੁਣ ਜਿਹਨੇ ਬੰਦਗੀ ਕੀਤੀ ਨਹੀਂ ਉਹਨੂੰ ਕੀ ਪਤਾ ਹੈ ਕਿ ਬੰਦਗੀ ਕੀ ਹੈ। ਸਤਿਗੁਰੂ ਪਾਵਨ ਬਾਣੀ ਵਿੱਚ ਕਹਿੰਦੇ ਨੇ, ਆਪਾਂ ਆਨੰਦ ਸਾਹਿਬ ਪੜ੍ਹੀਏ ਨਾ, ਤੇ ਆਨੰਦ ਸਾਹਿਬ ਵਿੱਚ ਵੀ ਤੁਹਾਨੂੰ ਤਾਕੀਦ ਕੀਤੀ ਹੈ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਰਸਨਾ ਤੂੰ ਹੋਰੀ ਰਸਾਂ ਦੇ ਵਿੱਚ ਰਸੀ ਹੋਈ ਹੈ, ਤੇਰੀ ਪਿਆਸ ਨਹੀਂ ਜਾਣੀ, ਤੂੰ ਮਾਲਕ ਦੇ ਗੁਣਾਂ ਨੂੰ ਗਾ। ਉਸ ਮਾਲਕ ਦੇ ਗੁਣਾਂ ਨੂੰ ਗਾ। ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਭਾਈ ਹਰ ਜਨ ਰਾਮ ਨਾਮ ਗੁਣ ਗਾਵੇ। ਜਿਹੜਾ ਹਰੀ ਦਾ ਜਨ ਹੈ ਉਹ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਤੇ ਸਤਿਗੁਰੂ ਜੀ ਦੇਖੋ ਪਾਵਨ ਬਾਣੀ ਵਿੱਚ ਕਹਿੰਦੇ ਆ, ਹਰ ਜਪਦਿਆਂ ਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੇ ਕਿ ਨਾ ਆਵੇ ਰਾਮ। ਕਹਿੰਦੇ ਭਾਈ ਜਪਦਿਆਂ ਢਿੱਲ ਨਾ ਕਰ। ਤੇ ਭਗਤ ਕਬੀਰ ਜੀ ਤੇ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਜੇ ਹੁਣ ਨਹੀਂ ਨਾ ਜਪਦਾ ਨਾਮ ਤੇ ਜਪੇਗਾ ਕਦੋਂ। 4 ਪਾਵ 2 ਸਿੰਘ ਗੁੰਗ ਮੁਖ, ਜਦੋਂ ਤੇਰੇ 4 ਪੈਰ ਹੋਏ, ਤੇਰਾ ਮੁਖ ਗੂੰਗਾ ਹੋਇਆ, 2 ਸਿੰਘ ਹੋਏ, ਤਬ ਕੈਸੇ ਗੁਣ ਗਈ ਹੈ, ਫਿਰ ਕਿਵੇਂ ਗੁਣ ਗਾਏਗਾ। ਭਗਤ ਕਬੀਰ ਜੀ ਕਹਿੰਦੇ ਅਬ ਨਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਹੁਣ ਨਹੀਂ ਜਪਦਾ ਤੇ ਕਦੋਂ ਜਪੇਗਾ, ਜਦੋਂ ਅੰਤ ਆ ਗਿਆ। ਕਹਿੰਦੇ ਉਦੋਂ ਨਹੀਂ ਜਪਿਆ ਜਾਣਾ। ਕਹਿੰਦੇ ਭਾਈ ਹੁਣ ਉਹ ਮਾਲਕ ਦੇ ਗੁਣਾਂ ਨੂੰ ਗਾ ਲੈ। ਤੇ ਜਿਹੜਾ ਰੱਬ ਦਾ ਪਿਆਰਾ ਹੈ ਨਾ ਉਹ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਹਰ ਜਨ ਰਾਮ ਨਾਮ ਗੁਣ ਗਾਵੇ। ਹੁਣ ਜਦੋਂ ਕੋਈ ਗੁਣ ਗਾਉਣ ਵਾਲਾ ਹੋਵੇ ਤੇ ਉਹਨੂੰ ਰੋਕਣ ਵਾਲੇ ਵੀ ਬੜੇ ਹੁੰਦੇ ਆ ਵੀ ਨਹੀਂ ਭਾਈ ਗੁਣ ਨਾ ਗਾ, ਨਹੀਂ ਜਪਣਾ ਚਾਹੀਦਾ, ਇਹ ਰਿਪੀਟ ਨਹੀਂ ਕਰਨਾ ਚਾਹੀਦਾ। ਨਾਮ ਜਪਣ ਦੇ ਲਈ ਨਹੀਂ ਆਏ, ਜੀਵਨ ਸੁਚੱਜਾ ਬਣਾਉਣ ਦੇ ਲਈ ਆਏ। ਬੜੇ ਰੋਕਣ ਵਾਲੇ ਹੋਣਗੇ, ਕਹਿੰਦੇ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ, ਨਾ ਬੂਝੈ ਵਿਚਾਰੇ, ਨਿੰਦਾ ਦੁਸ਼ਟੀ ਤੇ ਕਿਨ ਫਲ ਪਾਏ, ਹਰਨਾਕਸ ਨਖੈ ਬੇਦਾਰੇ। ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਨ ਵਾਲੇ ਵੀ ਬੜੇ ਹੁੰਦੇ। ਫੁੱਲ ਪੈਦਾ ਹੁੰਦਾ ਨਾ, ਫੁੱਲ ਦੇ ਨਾਲ ਕੰਡੇ ਵੀ ਹੁੰਦੇ। ਜੇ ਇੱਥੇ ਅੰਮ੍ਰਿਤਮਾਰ ਰੱਬ ਨੇ ਬਣਾਇਆ ਤੇ ਨਾਲ ਜ਼ਹਿਰ ਵੀ ਬਣਾਇਆ, ਜੇ ਮਿੱਠਾ ਬਣਾਇਆ ਤੇ ਕੌੜਾ ਵੀ ਬਣਾਇਆ, ਜੇ ਧੁੱਪ ਹੈ ਤੇ ਛਾਂ ਵੀ ਹੈ, ਸੁੱਖ ਹੈ ਤੇ ਦੁੱਖ ਵੀ ਹੈ, ਦਿਨ ਹੈ ਤੇ ਰਾਤ ਵੀ ਹੈ। ਜੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਹੈ ਤੇ ਨਿੰਦਿਆ ਕਰਨ ਵਾਲੇ ਵੀ ਪੈਦਾ ਕੀਤੇ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ,
ਕਹਿੰਦੇ ਜੇ ਕੋਈ ਨਿੰਦਿਆ ਕਰਦਾ ਹਰੀ ਦੇ ਜਨ ਦੀ, ਆਪਣਾ ਗੁਣ ਨਾ ਗਵਾਵੇ। ਹੁਣ ਪਹਿਲਾਂ ਵੀ ਗੁਣ ਸ਼ਬਦ ਆਇਆ ਸੀ ਤੇ ਇੱਥੇ ਵੀ ਗੁਣ ਸ਼ਬਦ ਆਇਆ। ਪਹਿਲਾਂ ਆਇਆ ਸੀ ਹਰ ਜਨ ਰਾਮ ਨਾਮ ਗੁਣ ਗਾਵੇ, ਵੀ ਹਰੀ ਦਾ ਜਨ ਹੈ ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਆ ਜਿਹੜੇ ਨਾਂ ਹੈ ਨਾ, ਨਾਂ ਜਿੰਨੇ ਵੀ ਇਹ ਪਰਮਾਤਮਾ ਦੇ ਗੁਣ ਨੇ। ਖੁਦਾ ਹੈ ਨਾਮ ਮਾਲਕ ਦਾ, ਖੁਦਾ। ਖੁਦਾ ਦਾ ਅਰਥ ਹੈ ਵੀ ਉਹ ਖੁਦ ਪੈਦਾ ਹੋਇਆ। ਵਾਹਿਗੁਰੂ ਹੈ ਵੀ ਵਾਹ ਗੁਰੂ ਤੂੰ ਬੜਾ ਅਚਰਜ ਹੈ। ਆਰਾਮ ਸ਼ਬਦ ਹੈ ਵੀ ਉਹ ਰਮਿਆ ਹੋਇਆ ਹੈ। ਕਰੀਮ ਸ਼ਬਦ ਹੈ ਉਹ ਕਰਮ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਰਹੀਮ ਸ਼ਬਦ ਹੈ ਵੀ ਮਾਲਕ ਰਹਿਮ ਦਿਲ ਹੈ, ਉਹ ਕਰਤਾ ਪੁਰਖ ਹੈ ਵੀ ਉਹ ਮਾਲਕ ਸੰਸਾਰ ਨੂੰ ਪੈਦਾ ਕਰਨ ਵਾਲਾ। ਜਿੰਨੇ ਵੀ ਨਾਮ ਨੇ ਨਾ ਇਹ ਮਾਲਕ ਦੇ ਗੁਣ ਹੈ। ਕਹਿੰਦੇ ਉਹਦੇ ਗੁਣਾਂ ਨੂੰ ਯਾਦ ਕਰਕੇ ਉਹ ਮਾਲਕ ਦੇ ਨਾਮ ਨੂੰ ਜਪਦੇ। ਵੈਸੇ ਮਾਲਕ ਦਾ ਕੋਈ ਨਾਮ ਨਹੀਂ ਹੈ, ਅਨਾਮ ਹੈ, ਪਰ ਉਹਨੂੰ ਜਪਣ ਦੇ ਲਈ ਕੋਈ ਤੇ ਨਾਂ ਰੱਖਣਾ ਹੀ ਪਏਗਾ ਨਾ। ਉਹ ਰੱਬ ਦੇ ਪਿਆਰੇ ਉਹ ਪਰਮਾਤਮਾ ਦਾ ਗੁਣਾਂ ਨੂੰ ਯਾਦ ਕਰਕੇ ਕਿ ਉਹ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਜੀ, ਉਹ ਜੀਵਾਂ ਦੀ ਪ੍ਰਤਪਾਲਨਾ ਕਰਦਾ, ਉਹ ਗੋਪਾਲ ਹੈ, ਉਹ ਗੋਬਿੰਦ ਹੈ। ਉਹਦੇ ਗੁਣਾਂ ਨੂੰ ਗਾਉਂਦੇ ਹੈ। ਪਹਿਲਾ ਸ਼ਬਦ ਗੁਣ ਹੈ, ਉਹ ਮਾਲਕ ਦੇ ਗੁਣ, ਉਹਦੀ ਵਡਿਆਈ ਨੂੰ ਗਾਉਣਾ। ਜਿਹੜਾ ਦੂਸਰਾ ਗੁਣ ਸ਼ਬਦ ਆਇਆ ਨਾ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਇੱਥੇ ਗੁਣ ਦਾ ਅਰਥ ਹੈ ਕਿ ਸੁਭਾਅ। ਵੈਸੇ ਗੁਣ ਬਹੁਤ ਵਾਰ ਗੁਰਬਾਣੀ ਵਿੱਚ ਆਇਆ, ਵੱਖੋ ਵੱਖਰਾ ਉਹਦਾ ਅਰਥ ਹੁੰਦਾ ਹੈ। ਇੱਕ ਆਪਾਂ ਹੋਰ ਗੁਰਬਾਣੀ ਦੀ ਪੰਕਤੀ ਪੜ੍ਹਦੇ ਹਾਂ ਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਕਹਿੰਦੇ ਜਿਹੜਾ ਬੱਧਾ ਚੱਟੀ ਭਰਦਾ ਉਹਦਾ ਕੋਈ ਗੁਣ ਨਹੀਂ। ਉੱਥੇ ਗੁਣ ਦਾ ਅਰਥ ਹੈ ਲਾਭ। ਇੱਥੇ ਦੋ ਵਾਰ ਗੁਣ ਸ਼ਬਦ ਆਇਆ, ਇੱਕ ਉੱਥੇ ਮਾਲਕ ਦੇ ਗੁਣ, ਇੱਥੇ ਗੁਣ ਦਾ ਅਰਥ ਹੈ ਉਹਦਾ ਸੁਭਾਅ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਦਾ ਸੁਭਾਅ ਹੈ ਨਾ, ਉਹਦਾ ਸੁਭਾਅ ਹੁੰਦਾ ਪਰਉਪਕਾਰੀ। ਜੇ ਰੱਬ ਦੇ ਪਿਆਰੇ ਦੀ ਕੋਈ ਨਿੰਦਿਆ ਵੀ ਕਰਦਾ ਹੈ ਨਾ, ਤੇ ਤਾਂ ਵੀ ਉਹ ਆਪਣਾ ਗੁਣ ਕਰਨ ਵਾਲਾ ਸੁਭਾਅ ਨਹੀਂ ਛੱਡਦਾ। ਉਹ ਨਿੰਦਿਆ ਕਰਨ ਵਾਲੇ ਦਾ ਵੀ ਭਲਾ ਲੋਚਦਾ ਹੈ, ਉਹਨੂੰ ਵੀ ਸਮਝਾਉਂਦਾ ਨਾਮ ਜਪ। ਜਿਵੇਂ ਇੱਕ ਮਹਾਂਪੁਰਖ ਵਾਰਤਾ ਸੁਣਾਉਂਦੇ ਹੈ, ਸਾਧੂ ਮਹਾਤਮਾ ਤੁਰਿਆ ਜਾ ਰਿਹਾ ਹੈ, ਕਈ ਬਿਆਸ ਰਿਖੀ ਨਾਲ ਵੀ ਜੋੜਦੇ ਹੈ। ਪਾਣੀ ਪੀਣ ਲੱਗਿਆ ਤੇ ਵਿੱਚ ਬਿੱਸੂ ਰੁੜਿਆ ਆਉਂਦਾ ਸੀ ਪਾਣੀ ਦੇ। ਇੱਕ ਵਾਰੀ ਚੁੱਕ ਕੇ ਜਦੋਂ ਬਾਹਰ ਕੱਢਣ ਲੱਗਿਆ, ਬਿੱਸੂ ਨੇ ਡੰਗ ਮਾਰਿਆ, ਫਿਰ ਪਾਣੀ ਵਿੱਚ ਡਿੱਗ ਪਿਆ। ਫਿਰ ਕੱਢਣ ਲੱਗਿਆ, ਫਿਰ ਡੰਗ ਮਾਰਿਆ। ਕਈ ਵਾਰ ਜਦੋਂ ਇਦਾਂ ਹੋਇਆ ਨਾ, ਤੇ ਚੇਲੇ ਕਹਿਣ ਲੱਗੇ, ਗੁਰੂ ਜੀ ਛੱਡੋ ਪਰੇ, ਕੀ ਬਚਾਉਣਾ, ਮਰਨ ਦਿਓ, ਇਹ ਬਚਣਾ ਨਹੀਂ ਚਾਹੁੰਦਾ। ਤੇ ਉਹ ਮਹਾਤਮਾ ਕਹਿੰਦਾ ਵੀ ਦੱਸੋ ਇਹ ਡੰਗ ਕਿਉਂ ਮਾਰਦਾ ਹੈ? ਕਹਿੰਦੇ ਡੰਗ ਮਾਰਨਾ ਜੀ ਇਹਦਾ ਸੁਭਾਅ ਹੈ। ਕਹਿੰਦੇ ਜੇ ਇਹਦਾ ਸੁਭਾਅ ਡੰਗ ਮਾਰਨਾ ਤੇ ਸਾਡਾ ਸੁਭਾਅ ਹੈ ਬਚਾਉਣਾ। ਸਾਡਾ ਸੁਭਾਅ ਹੈ ਕਿਸੇ ਤੇ ਦਇਆ ਕਰਨੀ। ਤੇ ਭਾਈ ਇਹ ਇੱਕ ਜੀਵ ਆਪਣਾ ਸੁਭਾਅ ਨਹੀਂ ਛੱਡਦਾ, ਤੇ ਅਸੀਂ ਸੁਭਾਅ ਕਿਵੇਂ ਛੱਡਾਂਗੇ? ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ ਨਾ, ਉਹਦਾ ਸੁਭਾਅ ਹੁੰਦਾ ਪਰਉਪਕਾਰੀ। ਤੇ ਉਹ ਨਿੰਦਿਆ ਕਰਨ ਵਾਲੇ ਕਰਕੇ ਇਹ ਨਹੀਂ ਵੀ ਆਪਣਾ ਰਸਤਾ ਬਦਲ ਲੈਂਦੇ। ਹਾਥੀ ਚਲਿਆ ਆਉਂਦਾ ਹੋਵੇ, ਕੁੱਤੇ ਭੌਂਕ ਰਹੇ ਹੋਣ, ਤੇ ਹਾਥੀ ਕਦੇ ਆਪਣਾ ਰਸਤਾ ਨਹੀਂ ਬਦਲਦਾ, ਉਹ ਪਰਵਾਹ ਨਹੀਂ ਕਰਦਾ। ਹੁਣ ਦੇਖੋ, ਕਹਿੰਦੇ ਭਾਈ ਗੁਰਦਾਸ ਜੀ ਵੀ ਕਹਿੰਦੇ ਜਿਹੜੇ ਮੰਜ਼ਿਲ ਤੇ ਚੱਲਣ ਵਾਲਾ ਹੈ ਨਾ, ਉਹ ਖੱਬੇ ਸੱਜੇ ਨਹੀਂ ਵੇਖਦਾ। ਜੇ ਹੁਣ ਆਪਾਂ ਜਾਣਾ ਇੱਥੋਂ ਬਾਟ ਲਮੇਰੀ ਹੋਵੇ ਤੇ ਤੁਰਿਆ ਜਾਂਦਾ ਹੋਵੇ ਬੰਦਾ, ਤੇ ਰੁਕ ਰੁਕ ਕੇ ਕਵੇ ਇੱਥੇ ਸੜਕ ਵਿੱਚ ਆਟੋ ਹੈ, ਗਲਤ ਹੈ, ਇੱਥੇ ਆਹ ਗਲਤ ਹੈ, ਇੱਥੇ ਆਹ ਗਲਤ ਹੈ, ਕਹਿੰਦੇ ਕਦੇ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਉਹ ਪਰਵਾਹ ਨਹੀਂ ਕਰਦਾ, ਉਹ ਆਪਣੀ ਮੰਜ਼ਿਲ ਤੇ ਤੁਰਿਆ ਜਾਂਦਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜਿਹੜਾ ਹਰੀ ਦਾ ਜਨ ਹੈ ਨਾ, ਉਹ ਪ੍ਰਮਾਤਮਾ ਦਾ ਭਗਤ, ਉਹਦਾ ਸੇਵਕ, ਉਹਦੀ ਨਿੰਦਿਆ ਕਰਨ ਵਾਲੇ ਬੜੇ ਹੁੰਦੇ ਹੈ। ਭਗਤ ਕਬੀਰ ਸਾਹਿਬਾਨ ਦੀ ਨਿੰਦਿਆ ਬੜਿਆਂ ਨੇ ਕੀਤੀ। ਭਗਤ ਕਬੀਰ ਸਾਹਿਬ ਨੂੰ ਅੰਤ ਨੂੰ ਕਹਿਣਾ ਪਿਆ, ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦੋ ਮੈਨੂੰ, ਨਿੰਦਾ ਜਨ ਕੋ ਖਰੀ ਪਿਆਰੀ, ਮੈਨੂੰ ਨਿੰਦਾ ਪਿਆਰੀ ਹੈ। ਨਿੰਦਾ ਬਾਪ ਨਿੰਦਾ ਮਹਿਤਾਰੀ, ਕਹਿੰਦੇ ਨਿੰਦਿਆ ਮੇਰੀ ਮਾਂ ਹੈ, ਨਿੰਦਿਆ ਮੇਰਾ ਬਾਪ ਹੈ।
क्यों किया माँ बाप? कहते माँ बाप ना अपने पुत्र दा भला चाहुंदे हुंदे। वो कहंदे मेरे पुੱਤ विच गुण होण, कोई औगण ना होवे। मेरा पुੱਤ गुणां नूं धारण करे, औगणां नूं छड्डे। कहंदे निंदिया करन वाला ਉਹਨੂੰ टोकदा रहिंदा है हर वेले, ते जिहड़ा रब दा प्यारा है वो चौकन्ना हुंदा रहिंदा है। ते जिहदा बंदा कहंदे टोकदा भी ते इसलिए कहंदे जिवें माँ बाप टोकदे है ना हर वेले, आ ना कर आ ना कर, कहंदे निंदक भी टोक टोक के समझाउंदे है माँ बाप वाला काम कर रहे है, मेरा भला कर रहे है। ते माँ बाप देखो बच्चे दी गंदगी माँ बाप चुकदे है। ते भगत कबीर जी कहंदे जिवें माँ बाप गंदगी चुकदे है, निंदिया करन वाला भी गंदगी चुक रहा है। मेरे पाप जिहड़े मैं कोई करदा है ना वो निंदकी लै जांदे है। कहंदे अनहोंदा भार निंदक सिर धरा। कहंदे भाई जिहड़ा अण हुंदा, एक ते अपना भार चुकना पापां दा, एक अण होया जिहड़ा कीता नहीं वो भी चुकना पैंदा है जिहड़ा निंदा करदा है। सारा शब्द है भगत कबीर जी दा निंदक निंदिया दे परथाए। भगत कबीर जी दा हुण इन्ना अपने कोल टाइम नहीं है भी उस शब्द नूं विचारीए। निंदा बाप निंदा महतारी, हमरे कपरे निंदक धोए। निंदा करे सो हमरा मीत, निंदक माही हमारा चीत। अंत नूं कहा भगत कबीर जी ने अंतलियां पंक्तियां विच, कहंदे निंदक डूबा हम उतरे पार। अंत नूं कहंदे निंदक डुबदा है। निंदा भली किसे की नाही, मनमुख मुग्ध करन। मोह काले तिन्हां निंदकां, नरके घोर पवन। अंत नूं मूँह काले हुंदे आ निंदकां दे। अहंकारियां निंदकां पिठ दे, नामदेव मुख लाया। रब दे प्यारियां दी निंदिया कीती। ते धन गुरु रामदास जी महाराज कहंदे आ निंदा करन वाले बड़े हुंदे आ, पर रब दे प्यारे दा जिहड़ा सुभाਅ है ना, सब दा भला करना, नाम जपना, वो अपने इस गुण इस अपने सुभाਅ नूं वो सड़दा नहीं, गवावे गुण ना गवावे, अपने सुभाਅ नूं त्यागदा नहीं है। गुरबाणी विच चंदन की उदाहरण भी आउंदी है। कहंदी जिहड़ा चंदन है ना उहदे आसे पासे सप लिपटे रहिंदे है, फुकारे मारदे है। जिहड़े सप विच ज़्यादा जहर हुंदा है ना, जदों अंदर जहर उहनूं तड़फाउंदा है ते वो चंदन दे आले दुआले लिपटदा है। पर चंदन दा काम है ठंड देना, ते वो सप्पां नूं भी ठंड दिंदा है, उन्हां दी जहर नूं उन्हां नूं शांति दिंदा है। कहंदे इदां रब दे प्यारे दा सुभाਅ हुंदा है। वो भी ये नहीं भी निंदिया करन वाले ते कल्प जांदा है। सप फकारे मारदे है ते उन्हां नूं वेख के कहंदे चंदन नूं कोई प्रभाव नहीं पैंदा, वो अपना गुण वो ठंड वंडदा है। ते पर रब दे प्यारे है जिहड़े वो नाम जपदे है, ते जिहड़े निंदिया करन वाले है उन्हां नूं नाम जपना चंगा नहीं लगदा। वो आप भी नहीं जपदे ते किसी नूं भी नहीं जपण दिंदे। वो प्रचार भी ऐसे ही करते हैं, नाम जपना नहीं चाहिए। वो नाम जपण तो रोकदे ही है। पर देखो गुरु ग्रंथ साहिब जी महाराज कहंदे है नाम जपो जी बंदगी करो, बंदगी करन दे लई आए हैं। बंदा होए सो बंदगी गहे, बंदगी बगैर नामदेव नूं कोई जानदा ना। बंदगी बगैर रविदास मान पाउंदा ना। बंदगी बगैर जस हुंदा ना कबीर जी दा। बंदगी बगैर धन्ना पत्थरां चों पाउंदा ना। बंदगी बगैर ना उधार हुंदा संगत जी। बंदगी बगैर बंदा किसे काम आउंदा ना। रब दे प्यारिਆਂ दा काम बंदगी करना कहंदे। पर जिहड़े मनमुख दुखी निंदकां सत संग ना पावै। पर मनमुखी दुखी ते निंदकां नूं कदे सतसंग चंगी नहीं लगदी। ते धन गुरु रामदास जी महाराज कहंदे जे कोई निंद करे हर जन की अपना गुण ना गवावे, वो अपना गुण अपना सुभाਅ नहीं छड्डदा। रहाओ जो किश करे सो आपे स्वामी, हर आपे कार कमावे। ते रब दा प्यारा नाम जपण वेले कोई हौमे विच भी नहीं आउंदा भी मैं जप रहा। वो कहंदा जो कुछ करदा वो स्वामी कर रहे। संसार दी कार बिहार नूं मालक चला रहे है। जे मैं नाम जपदा वो नाम भी मैथों आप ही जपा रहा है।
मेरे अंदर बैठा है तां ही मैं नाम जप रहे हैं, मेरे अंदर बैठा है तां ही मैं चल के गुरु घर आए हैं, मेरे अंदर परमात्मा की जोत है तां ही मैं सेवा कर रहे हैं, मैनू मनुख का जन्म दिता है तां ही मैं ਉਹਦੇ गुण गा रहे हैं। ਤੇ नहीं कुत्ता भावें 15 ਲੱਖ रुपये का खरीद लिया, वो दरबार साहिब विच आपां लैके नहीं आ सकते, किसी नूं अधिकार नहीं है। पर बंदा होवे भावें गरीब होवे, कौडी मुल ना पाउंदी होवे दुनिया, पर वो भी सतगुर के चरणों में आ सकता। धन गुरु रामदास जी महाराज कहते जो कुछ भी करता है वो परमात्मा करता है, आपे बंदियां मनुखों में बह के कार कमा रहे है। ते रब दे प्यारे ये समझते हैं भी जे कोई निंदिया कर रहे है ना, ये वो मालकी करा रहे, जो किछ करे सो आपे स्वामी। मेरे विच भी वो बैठा, निंदिया करने वाले विच भी वो बैठा है। शायद मेरा इम्तिहान ही ना होवे, भी मेरी परीक्षा ही ना होवे, मालक मेरी परीक्षा ही ना लै रहा होवे। हुण कोई भी काम उसदी परीक्षा ते हुंदी है ना, फिर ही बंदा सफल हुंदा है, ਉਹਦਾ इम्तिहान लिया जाता है भी हाँ। ਹੁਣ ਬੰਦਾ ਕਹੀ ਜਾਵੇ ਮੇਰੇ ਕੋਲੇ ਬੜਾ ਗਿਆਨ, ਮੈਂ ਬੜਾ ਪੜ੍ਹਿਆ, ਤੇ ਜਦੋਂ ਪੇਪਰ ਹੁੰਦੇ ਆ ਰਿਜ਼ਲਟ ਆਉਂਦਾ ਫਿਰ ਪਤਾ ਚੱਲਦਾ। ਇੱਦਾਂ ਉਹ ਸਮਝਦਾ ਵੀ ਜੋ ਕੁਝ ਕਰੇ ਸੋ ਆਪੇ ਸੁਆਮੀ, ਵੀ ਜੋ ਕੁਝ ਕਰਦਾ ਹੈ ਮਾਲਕ ਕਰਦਾ ਹੈ। ਮੇਰੇ ਵਿੱਚ ਬਹਿ ਕੇ ਨਾਮ ਵੀ ਆਪ ਹੀ ਜਪ ਰਿਹਾ, ਨਿੰਦਿਆ ਕਰਨ ਵਾਲੇ ਵਿੱਚ ਬਹਿ ਕੇ ਨਿੰਦਿਆ ਵੀ ਕਰ ਰਿਹਾ, ਮੇਰੀ ਪ੍ਰੀਖਿਆ ਲੈ ਰਿਹਾ। ਔਰ ਆਪੇ ਕਾਰ ਕਮਾਵੇ, ਆਪੇ ਕਾਰ ਕਮਾਉਂਦਾ, ਸਾਰੀ ਦੁਨੀਆ ਨੂੰ ਚਲਾ ਰਿਹਾ। ਜੇ ਨਿੰਦਿਆ ਕਰ ਰਿਹਾ ਕੋਈ, ਨਿੰਦਿਆ ਵੀ ਉਹ ਤੋਂ ਮਾਲਕ ਹੀ ਕਰਾ ਰਿਹਾ। हर आपे ही मत देवै स्वामी, हर आपे बोल बुलावै। जे किसी नूं नाम जपण दी मत दिंदा है ना, ते वो स्वामी दिंदा है। मैं नाम जप रहे हैं, वो रब दा प्यारा समझदा है भी ये मत मैनू मालक ने दिती है, मालक ने मैनू इस रास्ते ते प्रेरिया है भी आ मना चलीए गुरु घर, चल वो मना बाणी पढ़ीए, की लैण दे लई आए इत्थे। ये गल ज्ञान भी उसी नूं आउंदा ना। हर आपे ही मत देवै स्वामी, आपे मत दिंदा है प्यारिओ। एक बच्चा पैदा हुंदा ना पशु दा होवे, ते उठ के वो दुध पीण लग जांदा, उहनूं किहने मत दित्ती, किहने ज्ञान दिता, किहड़ा उस समय गुरु सी दसो भाई। बंदा कहंदा है भी भाई ये गुरु समझाउंदा, किहने? सब नालों वड्डा गुरु रब। वो बच्चे नूं किहने समझ दिती? उठिया भज के, उहनूं किवें पता लग गया? दुध पीण दी उहनूं ज्ञान कित्थों आ गया? किहने उहनूं सिखाया भी इदां दुध पीना है? आपे मत देवै स्वामी, आपे मत दिंदा। वो कहंदे भाई आपे ही ज्ञान दिंदा है। पंछियां नूं चोगा चुगण दा, पंछी भी घर बनाउंदे है, उहनां नूं समझ किहने दित्ती है? बंदे कोले ज्ञान है, उन्हां दा किहड़ा गुरु है? हे भाई कहंदे आपे ही मत देवै स्वामी, कहंदे आपे ही मत दिंदा स्वामी। ओ अकाल पुरख वाहिगुरू आप ही ज्ञान दिंदा। हुण ते चलो आपां एक दूजे नूं देख के बोलदे हैं, ते पहला बंदा बोलण किवें लगਿਆ? किवें ज्ञान आई? खोज किहने कीती है? बंदे ने कीती, मत किहने दित्ती उहनूं? मैं पढ़दा हुंदा सी भी पहला मनुख आदि मानव सी, वो कच्चा मांस खांदा। एक बारी 2 पत्थर भिड़े, उन्हां चों अग निकली, वो घाह फूस पिया सी, उहनूं अग लग गई। अग लग के वो मांस पक गया, उहने खाधा, उहनूं स्वाद लग्या। फिर वो समझ गया भी ऐदां ऐदां आ अग पैदा हुंदी है, इहदे नाल भोजन स्वाद बनदा है। हौली हौली तो बंदे नूं मत आई है ना, किहने दित्ती? अज ते बड़े ज्ञान वालों सिखाउण वाले हुंदे आ, ते पहलां उदों सिरे तो जे आपां उहदे पिछोकड़ वल जाईए तो उत्थों ज्ञान किवें मिलिया? किहने ज्ञान दिता? अज बंदा कहेगा जी मैं घर बनाउण फलाने मिस्त्री तो सिੱਖਿਆ, ते ਉਹ ਕੀ ਤੋਂ ਸਿੱਖਿਆ? गा अंत नूं ते कते ती खत्म होनी है ना गल, आखिर ते गल वो मालक तक पहुंच रही है। हर आपे ही मत देवै स्वामी, हर आपे मत दिंदा वो मालक। हर आपे बोल बुलावै, आपे ही वो साडे अंदर बह के बुलाउंदा है। आपां बोल रहे हैं तो कौन बुला रहा है सानू? साडे अंदर मालक बैठे तां ही बोल रहे हैं ना, साडे ते किरपा कीती है तां ही बोल रहे हैं। गूंगा क्यों नहीं बोल सकदा भाई?
देखो आवाज पशुओं कोले भी हुंदी है, इधर पशु बोले ना ते आपां समझ जांगे भी गां बोली है, कुत्ता बोले है। बोली सब कुछ कोले है पर शब्द नहीं है। सारे अंदर बह के बोलदा है, पर हे मनुख तेनों मालक ने शब्दां दी दात दित्ती है, तू बोल सकदा है, समझा सकदा है। कौन बुला रहा तेनों? तेरे अंदर बैठ के वो मालक ही बोल रहे हैं। आपे ही मत देवै स्वामी, किसी नूं मत दिंदा है जिन्हों ज्ञान आ जाता है, तो वो मालक ही ज्ञान दिंदा है। ते हर आपे बोल बुलावे, साडे अंदर बैठ के बोलदा भी वही है। हर आपे पंच तत्त विसथारा, मालक ने कहंदे पंज तत्त बनाए। पंज तत्त किहड़े किहड़े है जी? आकाश तत्त, आकाश तत्त, फिर हवा पावन तत्त, पौन कह लीए, हवा कह लीए। कहंदे फिर पावन तत्त, फिर अग्नि तत्त, आकाश, पौन, अग्नि, जल ते पृथ्वी मिट्टी, ये पंज तत्त है। हर आपे पंच तत्त विस्तारा, इन्हां पंजा तत्तों तो सब कुछ बने। हुण बंदा कहे फलाने जी बंदे ने खोज कर ली, ते सतगुरु जी पावन बाणी विच कहंदे है, कहंदे कोई छेवां तत्त पैदा करके दिखा दे। मालक दे कीते हुए पंजा तत्तां तो सब कुछ लोग बना रहे है, खोज कर रही है। इन्हां पंजा तत्तां तो ही खोज हुंदी है, गांह विस्तार हुंदा है जिन्ना हुंदा है। ते पंजा तत्तां तो कहंदे कोई छेवां तत्त बना दे, फिर बंदा मन्ने भी हाँ भाई इन्हें कुछ किया। छेवां तत्त नहीं कोई पैदा कर सकता, गुरबाणी विच ये लिखे है। इन्हां पंजा तत्तां तो ही गांह बनूगी चीज़। जिवें 35 शब्द है ना पंजाबी दे, इहदे तो ही गांह बनणगे, कुछ लिखी जाओ जोड़ जोड़ के। इदां ही कहंदे भाई जिहड़े पंज तत्त है इन्हां तो ही गांह विस्तार हुंदा है। हर आपे पंच तत्त विस्तारा, विच धातु पंच आप पावै। धातु किहनूं कहंदे है जी? काम, क्रोध, लोभ, मोह, अहंकार, जिहड़े इन्हां पंजा तत्तां दे सुभाअ ने। हरेक तत्त दा सुभाअ है, विच धातु पंच आप पावै। काम, क्रोध, लोभ, मोह, अहंकार कह लीए, जां शब्द, स्पर्श, रूप, रस, गंध कह लीए। जिहड़ा आकाश तत्त है इहदे तो शब्द बने, इहदा सुभाअ है शब्द। आकाश तत्त तो शब्द बने जी। ते पौन तत्त तो स्पर्श बने हैं। स्पर्श का मतलब भी कोई भी जिहड़ी आपां टच करते हैं ना चीज़, स्पर्श हो जाता भी मेरे नाल आ चीज़ लग गई। आ शरीर ते कीड़ी भी चले ना तो बंदे नूं ज्ञान हो जाता है। चल लो पैर ते रही हुंदी है, दंदी पैर ते बढ़दी है, पर उपर तक ज्ञान आ जाता है। ये स्पर्श है, ये पौन तत्त का काम है। पौन तत्त जिवें हुण हवा किसी ने देखी नहीं, आकाश भी किसी ने देखा नहीं, कोई महसूस नहीं कर सकता, कोई ये नहीं कह सकता आकाश कैसा है। आप बदल देख के आकाश समझ लेने, तो बदल ने। आकाश तत्त है शब्द, ते जिहड़ी पौन है ये स्पर्श है। पौन तत्त का स्पर्श है। हवा ना तो देखी जा सकती है, ना हवा नूं सुन सकते, ना हवा नूं चख सकते। हवा का कोई रंग नहीं, कोई रूप नहीं, हवा नूं स्पर्श किया जा सकता। बंदे शरीर नूं लगदी है, बंदा कहंदा हवा चल रही है, ठंडी है, हवा गर्म है, इस स्पर्श नाल पता लगदा है। कहंदे हवा का गुण है स्पर्श। शब्द, स्पर्श, रूप। अग है जिहड़ी, अग का गुण है रूप। अग देखी जाती है, जिहड़ी अखां है ना इन्हां विच आपां कह लीए भी अग्नि दे तत्त है, ये देखदी है ना, आ रंग है जाए, आ है जाए। अग दा गुण है रूप। शब्द, स्पर्श, रूप, रस। पानी का सुभाअ है, पानी का गुण है
रस। ਅੰਮ੍ਰਿਤ ਬਣਾਓ ਤਾਂ ਵੀ ਪਾਣੀ ਨਾਲ ਬਣਦਾ, दारू ਬਣਾਈਏ ਤਾਂ ਵੀ ਪਾਣੀ ਨਾਲ ਬਣਦੀ ਹੈ। ਦਰਖਤਾਂ ਦੇ ਵਿੱਚੋਂ ਪਾਣੀ ਹੁੰਦਾ, ਇਹ ਵੀ ਰਸ ਹੈ। ਸਬਜ਼ੀਆਂ ਵਿੱਚ ਰਸ ਹੁੰਦਾ, ਇਹ ਪਾਣੀ ਤੋਂ ਰਸ ਦਾ ਤੱਤ ਬਣਦਾ ਹੈ। ਸ਼ਬਦ ਸਪਰਸ਼ ਰੂਪ ਰਸ ਤੇ ਗੰਧ ਖੁਸ਼ਬੂ। ਇਹ ਗੰਧ ਇਹ ਕਹਿੰਦੇ ਮਿੱਟੀ ਦਾ ਸੁਭਾਅ ਹੈ, ਉਹਦਾ ਗੁਣ ਹੈ। ਤੇ ਸਾਡੇ ਅੰਦਰ ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਫਿਰ ਪੰਜਾਂ ਤੱਤਾਂ ਦੇ ਸੁਭਾਅ ਧਾਤੂ ਵੀ ਪੰਜ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵੀ ਮਾਲਕ ਨੇ ਪਾਏ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਾਗਰ ਚੁਕਾਵੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਨੂੰ ਪਰਮਾਤਮਾ ਦੇ ਨਾਲ ਮੇਲਦਾ ਹੈ, ਤੇ ਆਪ ਹੀ ਸਾਡੇ ਅੰਦਰ ਜਿਹੜੇ ਝਗੜੇ ਚੱਲ ਰਹੇ ਆ ਨਾ, ਬਸ 1-2 ਮਿੰਟ ਵਿੱਚ ਸਮਾਪਤੀ ਹੈ। ਇਹ ਝਗੜਾ ਵੀ ਆਪ ਹੀ ਚੁਕਾਉਂਦਾ। ਹੁਣ ਝਗੜਾ ਦੇਖੋ ਹਰੇਕ ਘਰ ਵਿੱਚ ਹੁੰਦਾ ਹੈ, ਹਰੇਕ ਨਗਰ ਵਿੱਚ ਹੁੰਦਾ ਹੈ, ਫਿਰ ਹਰੇਕ ਦੇਸ਼ ਦੀ ਦੂਸਰੇ ਦੇਸ਼ ਨਾਲ ਝਗੜਾ। ਇਹ ਝਗੜੇ ਦੀ ਗੱਲ ਨਹੀਂ ਕੀਤੀ, ਝਗੜਾ ਸਾਡੇ ਅੰਦਰ ਵੀ ਚੱਲ ਰਿਹਾ ਹੈ। ਭਗਤ ਕਬੀਰ ਜੀ ਕਹਿੰਦੇ ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੈ ਨਾਮ ਡਰੋ ਰੇ। ਇਹਦੇ ਵਿੱਚ ਸਾਰੇ ਸ਼ਬਦ ਵਿੱਚ ਨਾ ਝਗੜੇ ਦੀ ਗੱਲ ਕੀਤੀ ਹੈ। ਸਾਸ ਕੀ ਦੁਖੀ, ਸੱਸ ਤੋਂ ਕਹਿੰਦੇ ਨੌ ਦੁਖੀ ਹੁੰਦੀ ਹੈ, ਤੇ ਸੱਸ ਦਾ ਭਾਵ ਹੈ ਇੱਥੇ ਜਿਹੜੀ ਮਾਇਆ ਹੈ, ਮਾਇਆ ਤੋਂ ਦੁਖੀ ਹੈ। ਤੇ ਇਹ ਸ਼ਬਦ ਵਿੱਚ ਭਗਤ ਕਬੀਰ ਜੀ ਕਹਿੰਦੇ ਹੈ ਕਹਿ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। 5 ਵਿਕਾਰਾਂ ਦਾ ਝਗੜਾ ਚੱਲ ਰਿਹਾ ਸਾਡੇ ਅੰਦਰ। ਕਦੇ ਲੋਭ, ਇੱਕ ਦੂਜੇ ਨਾਲ ਦੇਖੋ, ਕਦੇ ਲੋਭ ਸਾਨੂੰ ਤੰਗ ਕਰਦਾ ਹੈ, ਕਦੇ ਸਾਡੇ ਅੰਦਰ ਕ੍ਰੋਧ, ਕਦੇ ਕਾਮ, ਅੰਦਰ ਝਗੜਾ ਚੱਲ ਰਿਹਾ ਸਾਡੇ ਅੰਦਰ। ਆ ਕਰੀਏ ਆ ਨਾ ਕਰੀਏ, ਚੰਗੇ ਮਾੜੇ ਵਿਚਾਰਾਂ ਦਾ ਝਗੜਾ ਚੱਲਦਾ। ਕਹਿੰਦੇ ਭਾਈ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਉਹ ਮਾਲਕ ਹੀ ਆਪ ਪਰਮਾਤਮਾ ਨਾਲ ਮੇਲਦਾ ਹੈ। ਤੇ ਜਿਹੜਾ ਸਾਡੇ ਅੰਦਰ ਝਗੜੇ ਚੱਲਦੇ ਆ ਨਾ, ਸੰਕਲਪ ਵਿਕਲਪ ਚੱਲ ਰਹੇ ਆ, ਝਗੜਾ ਚੱਲ ਰਿਹਾ, ਇਹ ਆਪ ਹੀ ਮਾਲਕ ਉਸ ਝਗੜੇ ਨੂੰ ਖਤਮ ਕਰਦਾ ਹੈ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਕਹਿੰਦੇ ਝਗੜਦੇ ਝਗੜਦੇ ਨਹੀਂ ਜਨਮ ਗਵਾ ਦਿੰਦਾ ਬੰਦਾ। ਕਦੇ ਲੋਭ ਦੇ ਪਿੱਛੇ ਲੱਗ ਕੇ ਝਗੜਦਾ ਹੈ ਹਰੇਕ ਨਾਲ, ਕਦੇ ਕਾਮ ਦੇ ਪਿੱਛੇ ਲੜਾਈਆਂ ਹੁੰਦੀਆਂ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਅੰਦਰ ਸਾਡੇ ਵੀ ਲੜਾਈ ਚੱਲ ਰਹੀ ਹੈ। ਚੰਗੇ ਮਾੜੇ ਖਿਆਲਾਂ ਦੀ ਅੰਦਰ ਵੀ ਲੜਾਈ ਚੱਲਦੀ ਹੈ। ਸੋ ਸਤਿਗੁਰੂ ਜੀ ਕਹਿੰਦੇ ਭਾਈ ਆਪ ਹੀ ਜਿਹੜਾ ਅੰਦਰ ਸਾਡੇ ਝਗੜਾ ਚੱਲ ਰਿਹਾ ਨਾ, ਉਹਨੂੰ ਮਾਲਕ ਸ਼ਾਂਤ ਕਰਦਾ। ਜਿਹੜੇ ਕਾਮ ਕਰੋ ਲੋਭ ਮੋਹ ਅਹੰਕਾਰ ਸਾਨੂੰ ਤੰਗ ਕਰ ਰਹੇ ਹੈ, ਤੇ ਫਿਰ ਆਪ ਹੀ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਨੂੰ ਆਪਣੇ ਨਾਲ ਮੇਲਦਾ ਹੈ। ਸੋ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਹੈ, ਜਿੰਨੇ ਵੀ ਮਾਈ ਭਾਈ ਪਹੁੰਚੇ ਹੋ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਬੈਰਾੜੀ ਰਾਗ ਦੇ ਵਿੱਚ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਆਪਾਂ ਵਿਚਾਰ ਕੀਤੀ ਹੈ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਜਾਂਦੀਆਂ ਨੇ। ਇੱਕ ਗੱਲ ਵੀ ਸਮਝਾਈ ਹੈ ਭਾਈ ਦੁਨੀਆ ਨਿੰਦੀ ਜਾਵੇ ਜੋ ਕੁਝ ਮਰਜ਼ੀ ਕਵੇ, ਇਹ ਮੁੱਢ ਕਦੀਮ ਤੋਂ ਇਹੀ ਸੁਭਾਅ ਰਿਹਾ ਵੀ ਰੱਬ ਦੇ ਪਿਆਰਿਆਂ ਨੂੰ, ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਲੋਕ ਨਿੰਦਦੇ ਹੀ ਰਹੇ। ਅੱਜ ਵੀ ਜੇ ਕੋਈ ਕਥਾ ਵਾਰਤਾ ਕਰੇ, 2 ਬੰਦੇ ਸਰਾਉਣ ਵਾਲੇ ਹੁੰਦੇ ਆ ਤੇ 5 ਬੰਦੇ ਨਿੰਦਣ ਵਾਲੇ ਹੁੰਦੇ ਆ। ਕਹਿੰਦੇ ਕਦੇ ਨਿੰਦਿਆ ਦੀ ਪਰਵਾਹ ਨਾ ਕਰਮਣਾ, ਉਸ ਮਾਲਕ ਦੇ ਗੁਣਾਂ ਨੂੰ ਤੂੰ ਗਾ। ਉਹਦਾ ਸੁਭਾਅ ਹੈ ਨਿੰਦਿਆ ਕਰਨਾ, ਤੇਰਾ ਸੁਭਾਅ ਮਾਲਕ ਦਾ ਨਾਮ ਜਪਣਾ ਹੈ। ਨਿੰਦਿਆ ਕਰਨ ਵਾਲਾ ਆਪਣਾ ਸੁਭਾਅ ਨਹੀਂ ਛੱਡਦਾ, ਤੇ ਤੂੰ ਕਿਉਂ ਸੁਭਾਅ ਛੱਡਦਾ? ਭਾਈ ਗੁਰਦਾਸ ਜੀ ਕਹਿੰਦੇ, ਭਾਈ ਗੁਰਦਾਸ ਜੀ ਨੇ ਨਾ ਜ਼ਿਕਰ ਕੀਤਾ, ਬਸ ਮੈਂ 1 ਮਿੰਟ ਵਿੱਚ ਹੀ ਸਮਾਪਤੀ ਕਰਨੀ ਹੈ। ਭਾਈ ਗੁਰਦਾਸ ਜੀ ਕਹਿੰਦੇ ਚੋਰ ਚੋਰੀ ਕਰਦਾ ਹੈ ਤੇ ਉਹਨੂੰ ਭਾਵੇਂ ਥਾਣੇ ਵਿੱਚ ਕੋਈ ਫੜਾ ਦੇਵੇ, ਉਹਨੂੰ ਚੋਰੀ ਕਰਦੇ ਨੂੰ ਉੱਪਰੋਂ ਫੜਿਆ ਜਾਵੇ। ਕਿੰਨੇ ਵਾਰੀ ਜਿਹੜੇ ਜੇਬ ਕੱਟਣ ਵਾਲੇ ਆ ਕਿੰਨੇ ਵਾਰੀ ਫੜੇ ਜਾਂਦੇ ਹੋਣਗੇ, ਕਿੰਨੇ ਵਾਰ ਜੇਲ੍ਹ ਜਾਂਦੇ ਹੋਣਗੇ। ਕਹਿੰਦੇ ਫਿਰ ਆ ਕੇ ਫਿਰ ਚੋਰੀ ਕਰਨ ਲੱਗ ਜਾਂਦੇ ਆ। ਸ਼ਰਾਬ ਪੀਣ ਵਾਲਾ ਕਹਿੰਦੇ ਜਿੰਨਾ ਮਰਜ਼ੀ ਸਮਝਾਈ ਜਾਏ ਉਹ ਕਦੇ ਸ਼ਰਾਬ ਪੀਣੋਂ ਨਹੀਂ ਹਟਦਾ। ਬੇਸ਼ਵਾਗਾਮੀ ਉਹਨੂੰ ਕਿੰਨਾ ਮਰਜ਼ੀ ਸਮਝਾਈ ਜਾਵੇ ਤੈਨੂੰ ਆਹ ਰੋਗ ਲੱਗ ਜਾਏਗਾ, ਉਹ ਨਹੀਂ ਛੱਡਦਾ ਸੁਭਾਅ। ਤੇ ਕਹਿੰਦੇ ਭਾਈ
ਤੇ ਰੱਬ ਦਾ ਪਿਆਰਾ ਫਿਰ ਕਿਉਂ ਸੁਭਾਅ ਛੱਡਦਾ ਹੈ? ਅਮਲੀ ਹੈ, ਕਹਿੰਦੇ ਅਮਲ ਖਾਂਦਾ ਹੈ, ਸਭ ਘਰ-ਬਾਰ ਵੇਚ ਦਿੰਦਾ ਹੈ, ਆਪਣਾ ਸੁਭਾਅ ਨਹੀਂ ਛੱਡਦਾ ਜਿਹੜੀ ਉਹਨੂੰ ਲੱਤ ਲੱਗ ਗਈ ਹੈ। ਤੇ ਭਾਈ ਸਿੱਖਾ, ਓਏ ਤੂੰ ਆਪਣਾ ਸੁਭਾਅ ਕਿਉਂ ਤਿਆਗਦਾ ਹੈ? ਤੇਰਾ ਸੁਭਾਅ ਵੀ ਹੈ ਉਹ ਮਾਲਕ ਦਾ ਨਾਮ ਜਪਣਾ, ਤੇ ਤੂੰ ਵੀ ਮਾਲਕ ਦੇ ਨਾਮ ਨੂੰ ਜਪ। ਤੇਰੀ ਨਿੰਦਿਆ ਕੋਈ ਕਰੇ, ਜੋ ਮਰਜ਼ੀ ਕੋਈ ਕੁਝ ਕਹੀ ਜਾਵੇ, ਤੂੰ ਆਪਣੇ ਸੁਭਾਅ ਨੂੰ ਤਿਆਗ ਨਾ। ਰੱਬ ਦੇ ਪਿਆਰੇ ਦਾ ਸੁਭਾਅ ਹੈ ਨਾਮ ਜਪਣਾ। ਸੋ